अव्वल अल्लाह नूर उपाया, कुदरत के सब बंदे, एक नूर ते सब जग उपजया। कौन भले को मंदे, एक नूर ते सब जग उपजया। कौन भले को मंदे। सतनाम श्री वाहिगुरु साहिब जी। आसा रोजा धरै, मनावे अल्लाह। स्वादत जी संघारै, आपा देख अवर नहीं देखे। काहे को चक मारे, काजी साहिब एक तो ही मैं तेरा। सोच विचार न देखे, खबर न करहें। दीन के बोरे ताते जन्म अलिख रहाऊ। साच कतेब बखाने अल्लाह, नार पुरख नहीं कोई। पड़े गुणे नाही कछ बोरे, जो दिल में खबर न होई। अल्लाह गैब सगल घट भीतर, हृदय लेहो विचारी। हिंदू तुरक दुहु मह एक, कह कबीर पुकारी। अल्लाह गैब सगल घट भीतर, हृदय लेहो विचारी। हिंदू तुर्क दोहु मह एक, कह कबीर पुकारी। वाहिगुरु जी का खालसा, वाहिगुरु जी की फतेह। परम सन्मानयोग जुगों जुग अटल सरवरे कायनात दे मालक धन धन श्री गुरु ग्रंथ साहब महाराज जी दी पावन हजूरी विच जुड़ बैठे गुरु प्यारे गुरु सवारे सतसंगी जनों, भगतां दी बाणी नूं विचारन दा सुभाग समा प्राप्त होया। भगतां दी बाणी दी लड़ीवार विचार अधीन अज आसा राग दे विच 29 नंबर शबद 483 अंक दे उत्ते सुभायमान है। ये पावन रचना भगत कबीर साहब जी की है।
ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਮਾਨਵਤਾ ਨੂੰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਸਾਰੇ ਸੰਸਾਰ ਦਾ ਜੋ ਮਾਲਕ ਹੈ ਉਹ ਇੱਕ ਰੱਬ ਹੈ, ਕੋਈ ਵੱਖੋ ਵੱਖਰੇ ਰੱਬ ਨਹੀਂ, ਅਤੇ ਉਹ ਹਰ ਇੱਕ ਦੇ ਹਿਰਦੇ ਦੇ ਵਿੱਚ ਮੌਜੂਦ ਹੈ। ਪਰ ਮਨੁੱਖ ਇਹ ਸੋਚ ਵਿਚਾਰ ਕਰਕੇ ਉਸ ਨੂੰ ਤੱਕਦਾ ਨਹੀਂ, ਦੇਖਦਾ ਨਹੀਂ, ਅਨੁਭਵ ਨਹੀਂ ਕਰਦਾ। ਔਰ ਆਪਣੀ ਜ਼ਿੰਦਗੀ ਨੂੰ ਨਫ਼ਰਤ ਦੇ ਨਾਲ ਭਰ ਲੈਂਦਾ ਹੈ, ਮੇਰ ਤੇੜ ਦੇ ਨਾਲ ਭਰ ਲੈਂਦਾ ਹੈ ਅਤੇ ਧਰਮ ਦੀ ਸਹੀ ਪਰਿਭਾਸ਼ਾ ਤੋਂ ਵਾਂਝਾ ਰਹਿ ਜਾਂਦਾ ਹੈ। ਆਓ ਜਿਹੜੀ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ੀ ਹੈ, ਜਦੋਂ ਕੋਈ ਵੀ ਗੱਲ ਰੂਹਾਨੀਅਤ ਦੀ ਕੀਤੀ ਜਾਂਦੀ ਹੈ, ਉਹ ਕਿਸੇ ਇੱਕ ਬੰਦੇ ਨੂੰ ਜਾਂ ਇੱਕ ਪਦ ਪਦਵੀ ਵਾਲੇ ਨੂੰ ਸੰਬੋਧਨ ਹੁੰਦੀ ਹੈ, ਪਰ ਉਹ ਜਿਹੜੀ ਗੱਲ ਹੈ ਸਾਰੇ ਧਰਮ ਕਮਾਉਣ ਵਾਲੇ ਹਰ ਇੱਕ ਬੰਦੇ ਲਈ ਹੈ। ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੈ, ਕਿਸੇ ਵੀ ਧਰਮ ਦਾ ਧਾਰਨੀ ਹੈ, ਹਰ ਇੱਕ ਬੰਦੇ ਲਈ ਉਹ ਸ਼ਬਦ ਜਿਹੜਾ ਹੈ ਉਹ ਪ੍ਰੇਰਨਾ ਦੇ ਰਿਹਾ ਹੈ। ਆਓ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਮਨੋਵਿਰਤੀਆਂ ਇਕਾਗਰ ਕਰੋ। ਸਾਵਧਾਨਤਾ ਜ਼ਰੂਰੀ ਹੈ ਰੱਬੀ ਪੈਂਡੇ ਨੂੰ ਤੈਅ ਕਰਨ ਵਾਸਤੇ, ਕਿਉਂਕਿ ਇਹ ਬਾਹਰਲਾ ਰਸਤਾ ਨਹੀਂ ਹੈ। ਇਹ ਜਿਹੜਾ ਮਾਰਗ ਹੈ ਇਹ ਅੰਦਰ ਸੁਰਤੀ ਦਾ ਮਾਰਗ ਹੈ। ਤਾਂ ਗੁਰੂ ਸਾਹਿਬ ਜੀ ਨੂੰ ਕਹਿਣਾ ਪਿਆ ਕਿ ਪ੍ਰਭੂ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨ ਹੋ ਕੇ, ਇਕਾਗਰਚਿਤ ਹੋ ਕੇ ਰੱਬੀ ਉਸਤਤ ਵਿੱਚ ਜੁੜੀਏ। ਜਿਤਨਾ ਸਮਾਂ ਵੀ ਸੰਗਤ 'ਚ ਬੈਠੇ ਹੋ, ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਇਸ ਸੰਗਤ ਦੇ ਵਿੱਚ ਬੈਠਣਾ ਤੁਹਾਡੀ ਆਪਣੀ ਮਰਜ਼ੀ ਹੈ, ਤੁਹਾਡੇ ਆਪਣੇ ਭਾਗ ਨੇ। ਕਬੀਰ ਸਾਹਿਬ ਨੇ ਸਪਰਥਾਏ ਵੀ ਆਖਿਆ, ਕਬੀਰ ਏਕ ਘਰੀ ਆਧੀ ਘਰੀ, ਆਧੀ ਹੂੰ ਤੇ ਆਧ, ਭਗਤਨ ਸੇਤੀ ਗੋਸ਼ਟੇ, ਜੋ ਕੀਨੋ ਸੋ ਲਾਭ। ਗੁਰਦੁਆਰੇ ਵਿੱਚ ਬੈਠ ਕੇ ਜਿਤਨਾ ਵੀ ਸਮਾਂ ਮਿਲਦਾ ਹੈ, ਦਾਸ ਹਮੇਸ਼ਾ ਬੇਨਤੀ ਕਰਦਾ ਉਹਨੂੰ ਸਫਲ ਕਰਿਆ ਕਰੋ। ਜਿੰਨਾ ਚਿਰ ਬੈਠੇ ਹੋ ਉਸ ਵਿਚਾਰਧਾਰਾ ਵਿੱਚ ਆਪਣੇ ਮਨ ਨੂੰ ਜੋੜ ਲਓ, ਤਾਂ ਕਿ ਕੁਝ ਛਿਨ ਦਾ ਮਿਲਿਆ ਹੋਇਆ ਸਤਸੰਗ ਦਾ ਸਮਾਂ ਉਹ ਸਾਡਾ ਸਕਾਰਤ ਹੋ ਸਕੇ। ਪਿਆਰ ਨਾਲ ਗੁਰਮੰਤਰ ਦੀ ਸਾਂਝ ਕਰੋ। ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਸਾਹਿਬ ਜੀ ਆਖ ਰਹੇ ਨੇ, ਕਾਜੀ ਸਾਹਿਬ ਏਕ ਤੋਹੀ ਮਹਿ ਤੇਰਾ, ਸੋਚ ਵਿਚਾਰ ਨ ਦੇਖੈ, ਖਬਰ ਨ ਕਰੈ ਦੀਨ ਕੇ ਬੋਰੇ, ਤਾਤੇ ਜਨਮ ਅਲੇਖੈ ਰਹਾਉ। ਕਾਜੀ ਇੱਥੇ ਸੰਬੋਧਨ ਹੈ, ਹੇ ਕਾਜੀ ਸਾਹਿਬ ਏਕ। ਸਾਹਿਬ ਦਾ ਅਰਥ ਹੁੰਦਾ ਪਰਮਾਤਮਾ, ਸਾਹਿਬ ਦਾ ਅਰਥ ਹੁੰਦਾ ਮਾਲਕ। ਆਖਣ ਲੱਗੇ ਸਾਰੇ ਜਗਤ ਦਾ ਮਾਲਕ ਇੱਕ ਰੱਬ ਹੈ, ਇੱਕ ਪਰਮੇਸ਼ਰ ਹੈ। ਸਾਰੇ ਸੰਸਾਰ ਦਾ ਮਾਲਕ ਜਿਹੜਾ ਇੱਕ ਹੈ। ਇਹਨੂੰ ਮਹਾਰਾਜ ਕਹਿੰਦੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਇੱਕ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਸਾਰਿਆਂ ਦਾ ਸਾਹਿਬ, ਸਾਰਿਆਂ ਦਾ ਰੱਬ।
ਫਿਰਕਾ ਕੋਈ ਵੀ ਹੋਵੇ, ਮਜ਼ਹਬ ਕੋਈ ਵੀ ਹੋਵੇ, ਜਾਤ ਧਰਮ ਦੇਸ਼ ਕੋਈ ਵੀ ਹੋਵੇ, ਪਰ ਸਭਨਾਂ ਦਾ ਜਿਹੜਾ ਸਾਹਿਬ ਹੈ ਉਹ ਇੱਕੋ ਹੀ ਹੈ। ਕਿਸੇ ਵੀ ਦੇਸ਼ ਵਿੱਚ ਪੈਦਾ ਹੋਇਆ ਹੋਵੇ, ਕਿਸੇ ਵੀ ਧਰਮ ਕਰਮ ਮਰਿਆਦਾ ਨੂੰ ਮੰਨਦਾ ਹੋਵੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਸਭਨਾਂ ਦਾ ਜਿਹੜਾ ਸਾਹਿਬ ਹੈ, ਸਾਰੇ ਜਗਤ ਦਾ ਜੋ ਮਾਲਕ ਹੈ, ਇੱਕ ਅਕਾਲ ਪੁਰਖ ਹੈ, ਇੱਕ ਸਾਹਿਬ ਹੈ। ਅਤੇ ਨਾਲ ਕਹਿਣ ਲੱਗੇ ਤੋਹੀ ਮੈਂ, ਤੋਹੀ ਦਾ ਅਰਥ ਹੈ ਹੇ ਕਾਜੀ ਤੇਰੇ ਅੰਦਰ ਵੀ ਉਹੀ ਹੈ। ਤੇਰਾ, ਤੇਰਾ ਦਾ ਅਰਥ ਹੈ ਉਹ ਤੇਰਾ ਵੀ ਰੱਬ ਹੈ। ਜਿਹੜਾ ਤੇਰੇ ਅੰਦਰ ਬੈਠਾ ਹੋਇਆ ਨਾ, ਉਹ ਤੇਰਾ ਵੀ ਰੱਬ ਹੈ, ਜਿਹੜਾ ਕਿ ਸਾਰੇ ਜਗਤ ਦਾ ਰੱਬ ਹੈ। ਕਦੇ ਜੀਵਨ 'ਚ ਦੇਖਣਾ ਧਾਰਮਿਕ ਲੋਕਾਂ ਨੂੰ, ਕਿਉਂਕਿ ਜਿਤਨਾ ਦਾਸ ਨੇੜੇ ਹੋ ਕੇ ਜਾਣਦਾ, ਸ਼ਾਇਦ ਸੰਗਤ ਨਾ ਜਾਣਦੀ ਹੋਵੇ। ਗੁਰਮਤਿ ਨੇ ਇਸ ਗੱਲ ਦੇ ਉੱਤੇ ਬੜਾ ਜ਼ੋਰ ਲਾਇਆ ਕਿ ਅਸੀਂ ਦੂਜੇ ਨੂੰ ਰੱਬ ਦੀਆਂ ਗੱਲਾਂ ਸੁਣਾਉਂਦੇ ਹਾਂ, ਰੱਬ ਦੀਆਂ ਬਾਤਾਂ ਕਰਦੇ ਹਾਂ, ਪਰ ਉਸ ਰੱਬ ਦੇ ਉੱਤੇ ਉਹ ਸੜਦਾ, ਉਹ ਭਾਵਨਾ, ਉਹ ਪ੍ਰੇਮ ਸਾਡੇ ਅੰਦਰ ਨਹੀਂ ਹੈ। ਇਸ ਕਰਕੇ ਗੁਰਬਾਣੀ ਕੀ ਕਹਿੰਦੀ ਹੈ? ਪ੍ਰਿਥਮੈ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਝਾਵੈ। ਗੁਰਮਤਿ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਪ੍ਰਬੋਧ, ਆਪਣੇ ਮਨ ਵਿੱਚ ਇਹ ਗੱਲ ਪੱਕੀ ਕਰ ਕਿ ਤੇਰੇ ਅੰਦਰ ਉਹ ਰੱਬ ਮੌਜੂਦ ਹੈ, ਜਿਸ ਰੱਬ ਦੀਆਂ ਗੱਲਾਂ ਤੂੰ ਲੋਕਾਂ ਨਾਲ ਕਰਦਾ ਹੈ, ਜਿਸ ਰੱਬ ਦਾ ਤੂੰ ਡਰ ਪਾਉਂਦਾ ਹੈ, ਤੈਨੂੰ ਵੀ ਇਸ ਰੱਬ ਕੋਲੋਂ ਡਰਨਾ ਚਾਹੀਦਾ ਹੈ। ਹੈਰਾਨੀ ਦੀ ਗੱਲ, ਧਾਰਮਿਕ ਲੋਕ ਲੋਕਾਂ ਨੂੰ ਡਰਾਉਂਦੇ ਨੇ, ਆਪ ਡਰਦੇ ਨਹੀਂ ਹਨ। ਉਹਦਾ ਡਰ ਆਪਣੇ ਅੰਦਰ ਵੀ ਹੋਣਾ ਚਾਹੀਦਾ, ਉਹਦਾ ਭੈ ਆਪਣੇ ਅੰਦਰ ਵੀ ਹੋਣਾ ਚਾਹੀਦਾ। ਇਸ ਕਰਕੇ ਗੁਰਮਤਿ ਨੇ ਕਿਹਾ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਾ, ਆਪਣੇ ਆਪ ਨੂੰ ਸਵਾਰ। ਕਿਉਂਕਿ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਜੇ ਤੂੰ ਆਪਣੇ ਆਪ ਨੂੰ ਸਿਆਣੀ ਅਕਲ ਵਾਲਾ ਕਹਿੰਦਾ ਵੀ ਮੈਂ ਬੜਾ ਸਿਆਣਾ ਹਾਂ, ਮੇਰੇ ਵਿੱਚ ਬੜੀ ਅਕਲ ਹੈ, ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਫਿਰ ਕਾਲੇ ਲੇਖ ਕਿਉਂ ਲਿਖਦਾ? ਨਾ ਲਿਖ। ਤੇ ਕਾਲੇ ਲੇਖ ਕਦੋਂ ਮਿਟਣਗੇ? ਜਦੋਂ ਆਪਣੇ ਅੰਦਰ ਝਾਤ ਮਾਰਾਂਗੇ। ਉਸ ਤੋਂ ਬਿਨਾਂ ਮਿਟ ਨਹੀਂ ਸਕਦੇ ਕਾਲੇ ਲੇਖ, ਕਿਉਂਕਿ ਜਦੋਂ ਮੈਂ ਆਪਣੇ ਵੱਲ ਵੇਖ ਹੀ ਨਹੀਂ ਰਿਹਾ, ਮੈਨੂੰ ਆਪਣੇ ਅੰਦਰ ਦੀ ਸਮਝ ਹੀ ਨਹੀਂ ਹੈ, ਆਪਣੀ ਬੁਰਾਈਆਂ ਮੇਰੀ ਪਕੜ ਵਿੱਚ ਹੀ ਨਹੀਂ, ਅਤੇ ਮੈਂ ਤਾਂ ਚੰਗਿਆਈਆਂ ਨੂੰ ਪਕੜ ਕੇ ਬੈਠਾ ਹੋਇਆ ਵੀ ਮੈਂ ਬੜਾ ਚੰਗਾ ਇਨਸਾਨ ਹਾਂ, ਮੇਰੇ ਨਾਲੋਂ ਚੰਗਾ ਸੰਸਾਰ 'ਚ ਕੋਈ ਨਹੀਂ ਹੈ। ਆਪਣੀ ਇੱਕ ਵੀ ਬੁਰਾਈ, ਇੱਕ ਵੀ ਔਗੁਣ ਮੈਨੂੰ ਦਿਖਾਈ ਨਹੀਂ ਦਿੰਦਾ। ਇੱਕ ਗੱਲ ਯਾਦ ਰੱਖਣਾ, ਜੇ ਮੈਨੂੰ ਆਪਣੇ ਔਗੁਣ ਨਜ਼ਰ ਨਹੀਂ ਆਉਂਦੇ, ਆਪਣੀਆਂ ਬੁਰਾਈਆਂ ਮੈਂ ਦੇਖ ਨਹੀਂ ਪਾ ਰਿਹਾ, ਤਾਂ ਮੈਂ ਕਾਲੇ ਹੀ ਲੇਖ ਲਿਖਦਾ ਜਾ ਰਿਹਾ ਹਾਂ। ਔਗੁਣ ਵੱਧਦੇ ਜਾ ਰਹੇ ਨੇ, ਬੁਰਾਈਆਂ ਵਧੀਆਂ ਜਾ ਰਹੀਆਂ ਨੇ, ਕਿਉਂਕਿ ਬੁਰਾਈਆਂ ਉਨਾ ਚਿਰ ਹਟ ਨਹੀਂ ਸਕਦੀਆਂ ਜਿੰਨਾ ਚਿਰ ਬੁਰਾਈਆਂ ਦੀ ਪਰਚੋਲ ਨਾ ਕੀਤੀ ਜਾਏ, ਇਹ ਗੱਲ ਸਮਝ ਲਈ ਜਾਏ ਕਿ ਚੰਗਾ ਕੀ ਹੈ ਅਤੇ ਮਾੜਾ ਕੀ। ਜੇ ਇਹ ਗੱਲ ਦੀ ਸਮਝ ਨਹੀਂ ਹੈ, ਗੁਰਸਿੱਖੋ ਸੱਚ ਜਾਣਨਾ, ਫਿਰ ਆਪਣੇ ਜੀਵਨ ਨੂੰ ਪਰਚੋਲਿਆ ਨਹੀਂ ਜਾ ਸਕਦਾ। ਇਸ ਕਰਕੇ ਆਪਣੇ ਜੀਵਨ ਵੱਲ ਜਦੋਂ ਝਾਤ ਮਾਰਾਂਗੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਨੜੇ ਗਰੀਬਾਨ ਮੈਂ। ਗਰੀਬਾਨ ਕੀ ਹੁੰਦਾ ਹੈ? ਇਹਨੂੰ ਗਰੀਬਾਨ ਕਹਿੰਦੇ ਨੇ। ਜਿਹੜੇ ਅਸੀਂ ਕੱਪੜੇ ਪਾਏ ਹੁੰਦੇ ਨੇ ਨਾ, ਜਿਹੜਾ ਕਾਲਰ ਹੁੰਦਾ ਹੈ ਨਾ, ਇਹ ਕਾਲਰ ਨੂੰ ਗਰੀਬਾਨ ਕਹਿੰਦੇ। ਕਹਿੰਦੇ ਆਪਣੇ ਅੰਦਰ ਨਾ ਥੋੜ੍ਹੀ ਝਾਤ ਮਾਰ ਕੇ ਵੇਖ, ਆਪਣੇ ਕਾਲਰ ਤੋਂ ਥੱਲੇ ਉਤਰ ਕੇ ਵੇਖ, ਆਪਣੇ ਕੱਪੜਿਆਂ ਦੇ ਅੰਦਰ ਜਾ ਕੇ ਵੇਖ, ਆਪਣੇ ਇਹ ਭਰਮ ਦੇ ਪਰਦੇ ਲਾ ਕੇ ਵੇਖ। ਕਿਉਂਕਿ ਜਦੋਂ ਤੱਕ ਮੈਂ ਵੇਖਾ ਹੀ ਨਹੀਂ ਅੰਦਰ, ਤੇ ਮੈਨੂੰ ਕੀ ਪਤਾ ਅੰਦਰ ਕੀ ਹੋ ਰਿਹਾ। ਬਾਬਾ ਜੀ ਕਹਿੰਦੇ ਆਪਣੇ ਅੰਦਰ ਝਾਤ ਮਾਰ ਕੇ ਵੇਖ।
सिर नीवा कर देख। नीवा का अर्थ है निमरता दे विच आके देख, क्योंकि जदों तू निमरता का धारनी होएगा उदों तू अपने अंदर नूं देख सकेगा। जदों अहंकार हुंदा है बंदे नूं अपने पैर नहीं नज़र आउंदे, कित्थे पैर ने अहंकार ता। निमरता विच देखा जा सकता है। नीवा दा अर्थ है निमरता। हंकार दे विच बंदे नूं कुछ नज़र नहीं आउंदा। हंकार दे विच सिर्फ उसनूं यही गल नज़र आउंदी है कि लोग मेरी तारीफ करन, मैनूं चंगा चंगा आखन। अहंकारी बंदा कदी भी अपनी बुराई नहीं सुनना चाहुंदा। अहंकारी बंदा अपनी बुराई नहीं सुनना चाहुंदा। वो अपनी तारीफ, अपनी उस्तत, उसकी चीज़ां दा कोई बहुत वाहवा करे तो बड़ा खुश होंदा। उसदे घर दी, उसकी गड्डी दी, उसदियां कपड़ियां दी जे कोई गल्लां करे वो बड़ा प्रसन्न होंदा है हंकारी बंदा। पर उसकी बुराई कोई करे भी तेरे विच ये खोट है, तेरे विच ये औगुण है, वो सहन नहीं कर पाता। इस करके बाबा फरीद कहते आपनड़े गरीबान में सिर नीवा कर देख। नीवा होकर वेख, क्योंकि जो सिर उच्चा तो थले का कुछ दिखाई नहीं दे रहा सानू। थले का दिखाई उदों देगा जो असीं थले वेखांगे, धरती वल देखांगे। जो वेख ही आकाश वल रहे हैं तो थले का तो कुछ नज़र नहीं आ रहा, थले है कि। इस करके असी अपने आपे दी परचोल करनी है। तो अज दे शब्द विच भगत कबीर साहब जी आख रहे ने, हे काजी जी ये गल नूं याद करो, ध्यान नाल वेखो कि ये सारा जगत जो सानू दिखाई दे रहा है, इस सारे जगत का मालक एक रब है। वो तेरे अंदर भी मौजूद है तो वो तेरा भी रब है। ये लोकां दा ही रब नहीं, लोकां दा ही अल्लाह ताला नहीं, लोकां दे वास्ते ही नहीं तुसीं रब दी गल करनी, अपने वास्ते भी रब दी गल करनी है। और गुस्ताखी माफ़ करना, यही गल है कि कई बारी दीवे दे थल्ले हनेरा हुंदा है। ज्ञान देने वाले लोग अज असी देखते हैं जेलों च पे ने बहुत सारे, जिहड़े अपने आप नूं रब दा मैसेंजर कहते सन। कोई अपने आप नूं रब रूप ही दसदा सी, कोई कुछ कहंदा सी। क्यों? क्योंकि दीवे दे थल्ले हनेरा सी। लोकां नूं ते चानन दिता जा रहा सी, पर अपने अंदर कोई चानन प्रकाश नहीं सी। गुरमत कहती है लोकां नूं चानन देने की लोड़ नहीं, पहला अपने अंदर चानन कर, अपने अंदर दे दीवे नूं जगा। इस गल नूं पक्की कर लै कि जिहड़ी गल तो लोकां नूं दस रहे हैं कि रब है, रब तो डरना चाहिए, रब दे हुक्म विच चलना चाहिए, अल्लाह ताला नूं समझना चाहिए। कहंदे ओ अल्लाह ताला, ओ रब, ओ प्रभु कहंदे तेरे हिरदे विच मौजूद है ते तेरा भी ओ रब है, तेरा भी रब है। लोकां दा ही रब नहीं, वो तेरा भी रब है। फिर कहन लगे भगत कबीर साहब, कहंदे सोच विचार न देखै, पर कहते तू ये सोच विचार के देखदा नहीं, पाओ तकदा नहीं, इस गल नूं अनुभव नहीं करदा भी सोच विचार कर लवें भी मैं दुनिया नूं कह जाना कि रब नाल जुड़ो, पर अपने आप नूं रब नालों तोड़ के रखा होया है। ये गल याद रखना, रब नाल उदों ही जुड़िया जा सकता है जदों जीवन विच रबी भय पैदा हो जाए। पर जे मैनू रब का डर नहीं है, रब का खौफ नहीं है, इसनूं गुरबाणी ने निर्मल पहो आख्या है कि तेरे अंदर निर्मल पहो होना चाहिए। और निर्मल पहो आउंदा है जदों असी सोच विचार करते हाँ कि रब्बा तू मेरे हिरदे च बैठा हुए, मेरे कोलों कोई ऐसा काम ना होवे जिस काम करके मैं तेरे नालों दूर हो जावां। असी रोज़ पढ़ते हैं ना, करमी आपो आपनी के नेड़े के दूर, कर्म ही ने ना। एक गल जीवन च याद रखना, जदों भी असी परिवार तो दूर होवांगे साडे कर्म पिछे होणगे, समाज तो दूर जावांगे कर्म कम कर रहे ने, असी गुरु तो दूर जावांगे साडे कर्म होणगे, रब तो दूर होवांगे साडे कर्म होणगे। कर्म ही ने रब दे नेड़े कर सकते ने, कर्म ने रब तो दूर कर सकते हैं। गुरबाणी कहती है कि सारी जिहड़ी खेड है तेरे कर्मां दी है। आपो आपने कर्म ने, कर्मी आपो आपनी के नेड़े
के दूर। इस करके असीं वेखदे कि घर दे विच दो बच्चों का जन्म हुंदा है। एक बच्चा बिल्कुल रब दे नेड़े हो जाता है, दूजा बिल्कुल बेमुख हो जाता है। एक बच्चा इतना शांतमई सहजमई टिकिया होया, दूजा बच्चा इतना जो शैतान हुंदा है, क्योंकि एक ने कर्म गुरु वाले कीते, दूजे ने मनमत वाले कर्म कीते। इस करके वो रब तो दूर चला गया, रब तो टुट गया। कबीर साहब कहते तू कदी इस गल नूं सोच विचार करके वेख, सोच विचार ना देखै, पर तू सोच विचार के तकदा नहीं इस गल नूं कि रब मेरे विच भी वसदा है। फिर कहन लगे, कहंदे खबर ना करहैं दीन के बोरे, ताते जन्म अलेख है। दीन के बोरे, दीन का अर्थ होंदा मजहब। आखन लगे भगत कबीर साहब, कहंदे ने मजहब दी सरा विच कमले होए हे काजी। मैं फिर बेनती करा, हर एक धर्म की आपो अपनी मर्यादा है, सरा है, कानून है। हिंदू धर्म दे उन्हां दे अपने कानून ने, मुसलमानां दे वीरां दे अपने कानून ने, सिखां दे अपने ने, जिहड़े पारसी ने उन्हां दे अपने कानून ने, ईसाई ने उन्हां दे अपनी सरा है, अपनी मर्यादा है। मर्यादा विच रहना जरूरी है, पर मर्यादा नूं सर्वोपरि समझ लेना, अपनी मर्यादा नूं महान समझ लेना ते बाकी सब कुछ तुच्छ समझना, ये गुरमत मनाही करती है। फिर गल नूं समझो, कई बारी असी मर्यादा करके इतने कट्टर हो जाते हाँ तो साडे हथों धर्म पासे हो जाता है। अज वेखते हैं असी कि जेड़े अपने आप नूं मर्यादा वाले सिख कहंदे कि ये मर्यादा नहीं, ये मर्यादा है, ये मर्यादा है, लोकां नूं मर्यादा सिखांदे ने, पर जदों उन्हां दे जीवन नूं नेड़े होके जाके वेखीए तो जीवन च उन्हां दे कोई मर्यादा नहीं हुंदी। तो लोग कहंदे ने जी बड़े कट्टर ने। एक गल याद रखियो, गुरमत किसी नूं कट्टर नहीं बनाती। गुरमत तां निमरता वाला बंदा बनाती है, सॉफ्ट बंदा बनाती है, सहनशीलता वाला बनाती है। गुरमत जिहड़ी है मनुख नूं अंदरों त्यार पर त्यार करती है, जिहड़ा कि चांदनी चौक विच भी खड़ के आरे नाल दो फाड़ करवा सकता होवे, उसका जीवन उसके किरदार नूं पढ़ना जरूरी है। जे उन्हां सिखां नूं पढ़ोगे ना, एक वो समा है कि जदों सिर ते आरा चल रहा है, एक वो वक्त है जदों करतारपुर साहब की जंग विच भाई मती दास सती दास जी वर्गे जंग कर रहे हैं। ये गल्लां समझण वालियां। समय की नज़ाकत नूं समझना सिख दा काम है। अपनी जवानी दे नशे विच जोश विच होश रखना जरूरी है, पर जदों असी जवानी दे नशे विच हो जाते हाँ, फिर असी जोश विच होंदे हाँ, सानू होश नहीं हुंदा, ते जदों सानू होश आउंदा उदों जोश खत्म हो जाता है। धर्म दोनों चीज़ों तो चलता है, जोश भी चाहिए, होश भी चाहिए। दोनों तो बिना धर्म नहीं कमाया जा सकता। पर सानू गुरु कोलों पुछना पएगा, गुरु के जीवन विच अपने आप नूं तैयार करना पएगा कि गुरु साहब जी की मर्यादा की। तुसीं वेखो कि मैदाने जंग दे विच भाई कन्हैया जी लोकां नूं पानी पिला रहे ने। मजहब नूं धर्मी सरा नूं समझना बड़ा जरूरी है। भाई कन्हैया जी के मन विच एक दयालता आई भी जिहड़े लोग मैदाने जंग विच फट्टर हो जाते ने, वो प्यासे होंदे ने, पानी मंगते ने, मूर्छित होके बेहोश होके डिग पैंदे ने। भाई कन्हैया जी उन्हां दे मुख विच पानी पाते ने, वो फिर उठ खड़ के फिर जंग करन लग पैंदे ने। हुण ये जिहड़ी गल है सिखां ने 10वें पातशाह नूं आके आखी भी असी दुश्मनां नूं मारदे हां, तुहाडा सिख पानी पिलांदा है ते उन्हां नूं फिर जिउंदे कर दिंदा है। गुरु महाराज नूं पता है
कि दोने सिखां दी ਜਿਹੜੇ सिख शिकायत करन आए ने उन्हां दी बिरती की है, ਜਿਹੜਾ सिख पानी पिला रहा उसकी बिरती की है। धर्म बिरतियां तो चलता है, अंदर दी जो जीवन है ना उस किरदार तो धर्म चलता है। धर्म कोई बाहरी रस्म नहीं है। भाई कन्हैया जी जिन्हों ने पानी पिलाया ना, उन्होंने बड़े सोहने बचन लिखे, बाणी उन्होंने भी बाणी उच्चारण की। जिमें 52 कवि सन वो बाणी उच्चारण करते सन, भाई कन्हैया जी भी बाणी उच्चारण करते सन, अपने बोल लिखते सन कविता रूप दे विच। उन्होंने एक बड़ी प्यारी गल लिखी अपनी कविता में, कहते गुरमत को सौदा कर जाना। कहते तुसी लोग गुरमत नूं भी सौदा समझते हो। जिमें आप बाजार तो वस्त लैन जाते ना, भी 10 रुपए दे देते भी गुरु साहब हुण खुश हो जाएंगे, बस असी सौदा समझाया भी अखंड पाठ करा देंगे। सौदा ही है, सौदाबाजी करते गुरु नाल। असी माफ़ करना, एक सच्चाई है। असी सौदाबाजी करते गुरु नाल भी ये काम कर दो, असी ये कर देंगे। इनू कहते सौदाबाजी। भाई कन्हैया कहते ने गुरमत को सौदा कर जाना, कुछ लेके कुछ दे नहीं जाना। भी कुछ दे के गुरु साहब नूं ते गुरमत सानू मिल जाएगी, असी सौदा समझने गुरमत नूं। ते भाई कन्हैया दा कहते लेन देन ये बात रस्म की। लैना ते देना संसार दीयां रस्मां ने। असी ब्याज जाते ना, असी 500 पाए ने ते वो आएगा, वो भी 500 साढ़े ब्याज पा जाएगा। ये रस्मां ने। उन्हें रस्म की, असी भी कर दी। असी जिहड़ा सोड़ दिता 10 साल बाद उन्हें भी मोड़ के दे दिता, रस्म है। तुसीं देखो ना साडे समाज दे विच रस्मां चलदियां, और असी याद रखते भी ये फलाने बंदे दे घरों सूट आया, असी वापस यही मोड़ना, भावें 10 साल बाद बच्ची का ब्याह होवे, असी वही मोड़ना। क्योंकि असी रस्मां दे वजे होए हैं, साडे अंदर एक रस्म चल रही है, उस तो अगे जाके तैयार नहीं। असी ये भी नहीं समझ पाते कि हो सकता है भी 10 साल पहला उस बंदे की कोई मजबूरी होवे, चंगा सूट ना दिता होवे ब्याह दे अंदर, हो सकता है उसकी मजबूरी होवे, पैसा ना होवे, पर असी कहने नहीं तेरे घर में कोई कारज होगा तो यही सूट वापस करना, इनू रस्म कहते। तू 500 दिते ने तो मैं 10 साल बाद भी 500 मोड़ने ने, 10 साल का ब्याज ही ला लो 500 रुपए का। पर रस्मी असी डारियां ते लिखे होंदे, क्योंकि असी रस्मी जीवन जीवते हैं। भाई कन्हैया जी ने जिहड़े कमाल दे वचन कीते, कहते गुरमत को सौदा कर जाना, कुछ लेके कुछ दे नहीं जाना। कहते ये तो दात खसम की, लेन देन ये बात रस्म की। कहते ये जिहड़ी गुरमत है ना, ये तो अकाल पुरख वाहिगुरू की दात है। लैना देना संसार दीयां रस्मां ने। असी गुरमत नूं रस्म करके ही पूजी जा रहे हैं। इत्थे तो मत्था टेक के उड़ीक करनी सी, सच्चे पातशाह ये तेरी दात है, सानू भी दे दे। असी कहते तो हाँ कि दात है, दात रखी हथ अपना, जिस भावै तिस देई। दाते का अर्थ है नाम रूपी दात, दाते दे हथ विच है। जिहड़ा पा जांदा है वो नाम की रात उहदी झोली विच पा जांदा है। पा जांदा अर्थ है जिहड़ा गुरु नूं प्यार करन लग पैंदा है। गुरु नूं कौन पाएगा जी? मान लो कि असी बच्चे हाँ, माता पिता नूं किहड़ा बच्चा भांदा, जिहड़ा हुक्म च रहिंदा है, जिहड़ा उन्हां दी गल मनदा है, वो बच्चा माता पिता नूं प्यारा लगता है। जिहड़ा गल नहीं मनदा, बागी हो जाता है माता पिता की विचारधारा तो माता पिता नूं बच्चा चंगा नहीं लगता। भावें पालिया भी उन्होंने, ਵੱਡਾ भी उन्होंने किया, ब्याह भी उसका किया, सारे कारज किए, पर वो चंगा नहीं लगता। पर जिहड़ा बच्चा आग्या च रहिंदा माँ प्यो नूं, वो बड़ा प्यारा लगता है। हुण जिहड़ा प्यारा लगता उन्होंने सब कुछ दिता जा सकता, जिहड़ा नहीं प्यारा लगता उन्होंने बेदखल भी किया जा सकता। मैं कईयां नूं वेख्या बेदखल हुंदे। एक बंदा ना, मैं रोपड़ हुंदा सां, उत्थे मेरे कोल आया, कहने गुरुद्वारे दे सैकटरी ने मेरे पिता जी, तो तुसीं इत्थे कथा करदे हो, एक काम करो कि मेरे प्यो नूं समझाओ कि मैनूं बेदखल कर दिता। मैं चला गया उन्होंने घर, पूछा भी बेदखल किया है पुत्र? वो मेरे कोल गया सी ते उन्होंने सारी गल दसी भी बेदखल क्यों किया है। कहने नित दी शराब पींदा है, लड़ाइयाँ करदा है, झगड़े करदा है, समान घर दे बेचने शुरू कर दिते। मैं अपनी चल अचल प्रॉपर्टी तो बेदखल कर दिता। मैं लोगों नूं की मूँह दिखावांगा भी मैं गुरु घर दा सैकटरी हाँ, मैं गुरुद्वारे सेवा करना है, तो ये इधर उजाड़ा करता है। हुण मैं कागजां च अखबारां च कढ़ा दिता भी इस पुत्र दे नाल कोई लैन देन करे,
वो अपने आप उसका इन्ना करके भी मैं सैकटरी का पुत्र है, मैं चल अचल प्रॉपर्टी को बेदखल करता हाँ, मेरा इसदे नाल कोई लेना देना नहीं है। पर एक उसका दूजा पुत्र सी, वो कोल भी नहीं सी रहिंदा, दूजे शहर च रहिंदा सी, उन्होंने बड़ा प्यार, एक प्लाट भी लैके दे दिता, थोड़े दिन बाद देखा गड्डी भी लैके दे दी, मगर एक पुत्र दे नाल इन्ना प्यार, दूजे पुत्र नूं बेदखल कर दिता। कहने लगे वो मेरा आख्या मंनदा है। एक बार उच्चारण करो सतनाम। इसका अर्थ है जे असीं माँ प्यो के आखे विच रहिंदे हां ते वो साडे उत्ते इन्ने दयालु हो जाते हैं, तो जे रब के आखे विच रहांगे, गुरु साहब के हुक्म विच रहांगे, तो गुरु साहब जी भी साडे उत्ते दयालु होणगे। महाराज कहते दात है दात रखी हथ अपना, जिस भावै तिस देई, नानक नाम रते सुख पाया, दरगाह जापै सही। जिहड़े नाम च रते गए वो दरगाह दे विच भी परवाने जाते हैं। कबीर साहब कहते ने तू केवल बाहरी मर्यादा नूं पूजना है, खबर ना करें दीन के बोरे, हे सरा दे विच कमले होए झल्ले काजी, खबर ना करें तू इस भेद नूं नहीं समझदा, ताते जन्म अलेख है, इस वास्ते तेरी इस उम्र जिहड़ी है वो अजाई जा रही है, क्योंकि तू ये भेद जानिया ही नहीं कि जिस रब नूं अल्लाह ताला नूं मैं कह रहा भी वो सारे संसार का मालक है, पर मैं ये नहीं समझ रहा वो मेरा भी मालक है, वो मेरे हिरदे विच मौजूद है, तो मेरा भी रब है। जिस दिन असी सारे आपो आपने सतगुर नूं अपना समझ लवांगे ना, तो असी सारे प्रचारक हो जावांगे। जिसने सिख ने समझ लिया ना भी असी सारे सिख हाँ, साडा गुरु है। पुरातन समा की सी कि सारे सिख प्रचारक सन, कोई मेरी भैन बच्ची बड़ी माँ दे समान बीबी, सारे भरा सारे गुरु की गल करते सन, जेड़ा भी मिलता सी गुरु की वडियाई करते सन। लोग कहते सी ऐसे गुरु कोल असी भी जाना। अज असी किते मिलते भी हाँ तो अस गुरु की वडियाई नहीं करते। अज समझने भी जो गुरुद्वारे कथा कर रहा जिन्होंने असी तनख्वाह दे रहे हैं वो प्रचारक है। वो गुरसिखो किसी तनख्वाह मिल रही है नहीं मिल रही, असी सारे प्रचारक हाँ। पर एक मन च भरम पा लिया भी जो गुरुद्वारे बैठ के बोल रहा कथा कर रहा वो प्रचारक है। नहीं, सिख का बच्चा बच्चा प्रचारक है। साडा दा प्रचार आप ही हो जाए जे असी अपने आप को सिख होने का माण हासिल कर लईए। असी सिख ही नहीं बन पाते। सिख का तो किरदार ही एडा उच्चा सी जिन्होंने देख के लोग कहते सन भी ऐसा जीवन होवे साडा। मैं एक दिन सुन रहा सी गुरमुख प्यारिਆਂ ਨੂੰ ਉਹ ਕਹਿੰਦੇ, ਤੁਸੀਂ नाम सुनिया होवेगा हरभजन सिंह जोगी, इंग्लैंड च बड़ा प्रचार किया सिक्खी का। तो उन्होंने मैं एक दिन सुन रहा सी यूट्यूब तो, वो कहते मैं रोज़ अपने काम ते जांदा सां तां लंघ के जांदा सी बोधियां दे मंदिर दे कोल नूं। कहते रोज़ मैं पैदल तुर के जांदा सी अपने काम ते रस्ते विच बोधियां दा मंदिर जदों जाना तां भी जिहड़े बोधी पंडित सन वो खड़े हो जाते सन, जदों मैं आंदा सी तां भी खड़े हो जाते सन। बड़े दिन लंघ गए तो मैं सोचा भी शायद हो सकता है भी ये बोधी मैनू देख के शायद इत्थे लंघदा है तो कोई परेशानी इन्हां नूं। तो वो बाहर कहते स्लीपर झाड़ू मारदे सी। तो मैं उन्होंने सैर सुभाव पूछ लिया कि बीबी एक गल दस भी ये मैं रोज़ इत्थों लंघदा सवेरे तो ये सारे खड़े हो जाते हैं भी मेरे नाल कोई एलर्जी इन्हों भी जे कोई परेशानी होवे मैं ना लंघा इत्थों। तो वो कहन लगी नहीं ऐसी गल नहीं, असल विच ये थानू देखते ने तो इन्हों रब चेते आ जाता है। एक बार उच्चारण करो सतनाम। वो कहते भी जे मैनू वेख के रब चेते आउंदा फिर मैं 4 गेड़े वध मारिया करांगा, 4 बारी वध रब चेते आवे। एक सिख नू वेख के एक बोधी नू रब चेते आ रहा है, कैसा जीवन होएगा, कितने प्रभावित होणगे वो पंडित। जीवन सी ना कोई, क्योंकि वो किरत भी करते सी ते नाम जपदे सी ते नाम जपांदे सी। जन नानक धूड़ मंगै तिस गुरसिक्खी, जो आप जपै अवरै नाम जपावे। आप भी जपना, होरां नूं भी जपाना। गुरु साहब कहते ने, कबीर साहब कहते तू ये काम कर ही नहीं रहा। हे काजी तू तो सरां दी पाबंदी विच है, कमला होया है
ਤੇ ਆਪਣੇ ਮਨੁੱਖਾ ਜੀਵਨ ਨੂੰ ਅਜਾਈਂ ਗਵਾਰਿਆ ਹੈ। ਫਿਰ ਕਹਿਣ ਲੱਗੇ, ਕਹਿੰਦੇ ਨੇ ਰੋਜ਼ਾ ਧਰੈ ਮਨਾਵੇ ਅੱਲਾ, ਸਵਾਦਤ ਜੀ ਸੰਗਾਰੈ। ਤੂੰ ਕਰਦਾ ਕੀ ਹੈ? ਕਹਿੰਦੇ ਰੋਜ਼ਾ ਰੱਖਦਾ, ਰੋਜ਼ਾ ਰੱਖਦਾ ਹੈ। ਤੇ ਕਹਿੰਦੇ ਰੋਜ਼ੇ ਦੇ ਵਿੱਚ ਕੀ ਕਰਦਾ ਹੈ? ਮਨਾਵੇਂ ਅੱਲਾ। ਰੋਜ਼ਿਆਂ ਦੇ ਆਖਿਰ ਦੇ ਦਿਨ ਤੂੰ ਰੋਜ਼ਾ ਰੱਖ ਕੇ ਅੱਲਾ ਨੂੰ ਮਨਾਉਣਾ ਚਾਹੁੰਦਾ। ਦੇਖੋ, ਵਰਤ ਰੱਖਣਾ, ਰੋਜ਼ੇ ਰੱਖਣੇ, ਅੰਨ ਛੱਡਣਾ, ਇਸ ਦਾ ਅਰਥ ਹੁੰਦਾ ਹੈ ਕਿ ਜਿਹੜੇ ਲੋਕ ਇਹ ਕਰਦੇ ਉਹਨਾਂ ਨੂੰ ਭੁਲੇਖਾ ਵੀ ਸ਼ਾਇਦ ਸਾਡੇ ਅੰਨ ਛੱਡਣ ਦੇ ਨਾਲ ਰੱਬ ਖੁਸ਼ ਹੋ ਜਾਏਗਾ। ਪਰ ਜੇ ਅੰਨ ਛੱਡਣਾ ਹੀ ਸੀ ਤਾਂ ਰੱਬ ਨੇ ਪੈਦਾ ਹੀ ਕਿਉਂ ਕੀਤਾ ਸੀ? ਜੇ ਅੰਨ ਛੱਡਣ ਦੇ ਨਾਲ ਰੱਬ ਖੁਸ਼ ਹੁੰਦਾ ਤਾਂ ਅੰਨ ਪੈਦਾ ਹੀ ਕਿਉਂ ਕਰਦਾ? ਉਹ ਗੁਰਮਤਿ ਕੀ ਕਹਿੰਦੀ ਇਸ ਪ੍ਰਥਾਏ? ਮਾਰ ਕਹਿੰਦੇ ਛੋੜੈ ਅੰਨ ਕਰੈ ਪਾਖੰਡ, ਨਾ ਉਹ ਸੁਆਗਨ ਨਾ ਉਹ ਆਨੰਦ। ਅੰਨੈ ਬਿਨਾ ਨਾ ਹੋਏ ਸੁਖਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਤੇ ਮਾਰ ਕਹਿੰਦੇ ਵਰਤ ਨਾ ਰਹੂੰ ਨਾ ਮਹਰਮ ਜਾਨਾ, ਤਿਸ ਸੇਵੀ ਜੋ ਰੱਖੈ ਨਿਦਾਨਾ। ਮੈਂ ਵਰਤ ਨਹੀਂ ਰਹਿੰਦਾ, ਮੈਂ ਰਮਜ਼ਾਨ ਰੋਜ਼ੇ ਨਹੀਂ ਰੱਖਦਾ। ਪਰ ਕਬੀਰ ਸਾਹਿਬ ਕਹਿੰਦੇ ਨੇ ਕਾਜੀ ਜੀ, ਕਹਿੰਦੇ ਰੋਜ਼ਾ ਧਰੈ, ਰੋਜ਼ਾ ਰੱਖਦਾ ਤੇ ਕੀ ਕਰਨਾ? ਮਨਾਵੇਂ ਅੱਲਾ, ਅੱਲਾ ਤਾਲਾ ਨੂੰ ਮਨਾਉਣਾ ਚਾਹੁੰਦਾ ਤੇ ਸਵਾਦਤ ਜੀ ਸੰਗਾਰ ਹੈ। ਕਿਉਂਕਿ ਉਹ ਕੀ ਕਰਦਾ ਸੀ? ਰੋਜ਼ਿਆਂ ਦੇ ਆਖਿਰ ਦੇ ਦਿਨ, ਈਦ ਵਾਲੇ ਦਿਨ ਅੱਲਾ ਦੇ ਨਾਂ 'ਤੇ ਕੁਰਬਾਨੀ ਦਿੰਦਾ ਸੀ। ਉਹ ਕੀ ਕਰਦਾ ਸੀ? ਜੀਵਾਂ ਨੂੰ ਇਕੱਠੇ ਕਰ ਲੈਣਾ ਤੇ ਉਹਨਾਂ ਦੀ ਕੁਰਬਾਨੀ ਦੇਣੀ। ਪਿਆਰ ਵਾਲੇ ਸੱਚ ਜਾਣਨਾ, ਭਗਤ ਕਬੀਰ ਸਾਹਿਬ ਜੀ ਇੱਥੇ ਸਮਝਾਉਣਾ ਚਾਹੁੰਦੇ ਨੇ ਵੀ ਤੂੰ ਆਪਣੇ ਜੀਵਨ ਕਿਰਦਾਰ ਨੂੰ ਕਿਤੇ ਦੇਖ, ਝਾਤ ਮਾਰ ਕੇ ਵੇਖ ਆਪਣੇ ਜੀਵਨ ਨੂੰ ਵੀ ਤੂੰ ਕਰ ਕੀ ਰਿਹਾ। ਇੱਕ ਪਾਸੇ ਤੂੰ ਰੋਜ਼ਾ ਰੱਖ ਰਿਹਾ ਔਰ ਰੋਜ਼ਾ ਰੱਖ ਕੇ ਆਖਿਰਲੇ ਦਿਨ, ਈਦ ਵਾਲੇ ਦਿਨ ਤੂੰ ਕੁਰਬਾਨੀ ਦੇ ਰਿਹਾ ਜੀਵਾਂ ਦੀ, ਔਰ ਕਹਿ ਰਿਹਾ ਵੀ ਰੱਬ ਨੂੰ ਖੁਸ਼ ਕਰ ਰਿਹਾ, ਰੱਬ ਨੂੰ ਪ੍ਰਸੰਨ ਕਰ ਰਿਹਾ, ਵੀ ਰੱਬ ਕਿਸੇ ਤਰੀਕੇ ਨਾਲ ਪ੍ਰਸੰਨ ਹੋ ਜਾਏ। ਤੇ ਸਵਾਦਤ ਜੀ ਸੰਗਾਰ ਹੈ। ਸਵਾਦਤ ਦਾ ਅਰਥ ਹੈ ਸਵਾਦ ਵਾਸਤੇ, ਆਪਣੇ ਸਵਾਦ ਦੀ ਖਾਤਰ ਇਹ ਜੀਵ ਮਾਰਦਾ ਹੈ। ਕਹਿ ਰਿਹਾ ਵੀ ਅੱਲਾ ਨੂੰ ਪ੍ਰਸੰਨ ਕਰ ਰਿਹਾ, ਮੈਂ ਕੁਰਬਾਨੀ ਅੱਲਾ ਵਾਸਤੇ ਦੇ ਰਿਹਾ। ਇੱਕ ਹੋਰ ਸ਼ਬਦ ਹੈ ਕਬੀਰ ਸਾਹਿਬ ਜੀ ਦਾ। ਕਬੀਰ ਸਾਹਿਬ ਕਹਿੰਦੇ ਨੇ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ, ਜੋ ਸਭ ਮੈਂ ਏਕ ਖੁਦਾਏ ਕਹਿਤ ਹੈ, ਤੋ ਕਿਉਂ ਮੁਰਗੀ ਮਾਰੈ। ਸਾਰਿਆਂ 'ਚ ਖੁਦਾ ਕਹਿੰਦਾ। ਕਹਿੰਦੇ ਮੁੱਲਾ ਕਹੋ ਨਿਆਏ ਖੁਦਾਈ, ਤੇਰੇ ਮਨ ਕਾ ਭਰਮ ਨਾ ਜਾਈ। ਕਹਿੰਦੇ ਪਕਰ ਜਿਉ ਆਨਿਆ ਦੇਹ ਵਿਨਾਸੀ, ਮਾਟੀ ਕੋ ਵਿਸਮਲ ਕੀਆ, ਜੋਤ ਸਰੂਪ ਅਨਾਹਦ ਲਾਗੀ, ਕਹੋ ਹਲਾਲ ਕਿਆ ਕੀਆ। ਕੀ ਕੀਤਾ ਤੂੰ ਹਲਾਲ ਕਰਕੇ? ਕਿਆ ਉਜੂ ਭਾਗ ਕੀਆ ਮੂੰਹ ਧੋਇਆ, ਕਿਆ ਮਸੀਤ ਸਿਰ ਲਾਇਆ। ਕੀ ਹੋਇਆ ਕਿ ਤੂੰ ਉਜੂ ਕਰ ਲਈ, ਮੂੰਹ ਧੋ ਲਿਆ। ਉਜੂ ਕਰਨਾ ਹੁੰਦਾ ਹੈ ਕਿ ਆਪਣੇ ਜੋ ਮੂੰਹ ਨੂੰ ਧੋਣਾ, ਹੱਥਾਂ ਨੂੰ ਧੋਣਾ, ਪੈਰਾਂ ਨੂੰ ਧੋਣਾ, ਉਜੂ ਕਰਨਾ ਕਹਿੰਦੇ। ਆਪਣੇ ਵਿੱਚ 5 ਇਸ਼ਨਾਨ ਨਾ ਕਹਿੰਦੇ, ਉਹ ਉਜੂ ਕਰਨਾ ਕਹਿੰਦੇ। ਕੀ ਹੋਇਆ? ਉਜੂ ਕਰ ਲਈ ਹੈ ਜੀ, ਮੂੰਹ ਧੋ ਲਿਆ, ਮਸੀਤ ਦੇ ਉੱਤੇ ਸਿਰ ਨਿਵਾ ਲਿਆ। ਜੋ ਦਿਲ ਮੈਂ ਕਵਟ ਨਿਵਾਜ ਗੁਜ਼ਾਰ ਰਹੇ, ਕਿਆ ਹਜ ਕਾਬੈ ਜਾਇਆ। ਕਬੀਰ ਸਾਹਿਬ ਕਹਿੰਦੇ ਜੇ ਤੇਰੇ ਮਨ ਵਿੱਚ ਕਵਟ ਹੈ, ਨਿਵਾਜ ਗੁਜ਼ਾਰਦਾ ਤੇ ਕੀ ਲਾਭ ਹਜ ਜਾਣ ਦਾ, ਕੀ ਲਾਭ ਹੋਇਆ ਨਿਵਾਜ ਪੜ੍ਹਨ ਦਾ। ਤੂੰ ਨਾਪਾਕ ਪਾਕ ਨਹੀਂ ਸੋਝਿਆ, ਤੂੰ ਨਾਪਾਕ ਹੈ, ਤੈਨੂੰ ਪਾਕ ਦੀ ਸੋਝੀ ਨਹੀਂ। ਤਿਸ ਕਾ ਮਰਮ ਨਾ ਜਾਣਿਆ, ਕਹਿ ਕਬੀਰ ਪਿਸਤ ਤੇ ਚੂਕਾ, ਦੋਜਕ ਸੋ ਮਨ ਮਾਨਿਆ, ਤੂੰ ਪਿਸਤ ਤੋਂ ਰਹਿ ਜਾਏਗਾ। ਕਿਉਂਕਿ ਇਹ ਜਿਹੜਾ ਸਵਾਦ ਵਾਸਤੇ ਖਾ ਰਿਹਾ ਤੇ ਕਹਿ ਰਿਹਾ ਮੈਂ ਅੱਲਾ ਦੇ ਨਾਮ 'ਤੇ ਕੁਰਬਾਨੀ ਕਰ ਰਿਹਾ, ਅੱਲਾ ਨੂੰ ਪ੍ਰਸੰਨ ਕਰਨਾ। ਦੇਖੋ ਬੰਦੇ ਕਿੰਨੇ ਚਲਾਕ ਨੇ। ਕੋਈ ਕਹਿੰਦਾ ਕਿ ਇੱਥੇ ਜੀ ਸ਼ਰਾਬ ਚੜ੍ਹਦੀ ਹੈ ਨਾ ਤੇ ਇਹ ਦੇਵੀ ਖੁਸ਼ ਹੋ ਜਾਂਦੀ ਹੈ, ਪੀਂਦੇ ਆਪ ਨੇ। ਕਿਤੇ ਕੋਈ ਬੱਕਰੇ ਆਦਿ ਬਲੀ ਦਿੰਦਾ ਹੈ, ਬਲੀ ਦੇ ਕੇ ਕਹਿੰਦਾ ਵੀ ਇਹ ਦੇਵੀ ਨੇ ਬਲੀ ਮੰਗੀ ਹੈ, ਸਵਾਦ ਆਪ ਲੈਂਦੇ ਨੇ। ਕੋਈ ਕਹਿੰਦਾ ਹੈ ਵੀ ਖੁਦਾ ਦੇ ਨਾਮ 'ਤੇ ਕੁਰਬਾਨੀ ਕੀਤੀ ਹੈ, ਸਵਾਦ ਚਸਕਾ ਆਪ ਲੈਂਦੇ ਨੇ। ਕਬੀਰ ਸਾਹਿਬ ਇੱਕ ਤਰਕ ਖੜੀ ਕਰ ਰਹੇ ਨੇ। ਸਾਡੇ ਵੀ ਹਜ਼ੂਰ ਸਾਹਿਬ ਵਾਲੇ ਕਹਿੰਦੇ ਨੇ ਵੀ ਇਹ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਮਾਨ ਨੂੰ ਪ੍ਰਸੰਨ ਕਰਨ ਵਾਸਤੇ ਕਾਰਨ ਝਟਕਾ ਕੀਤਾ। ਸਵਾਦ ਆਪ ਲੈਂਦੇ ਨੇ, ਖਾਂਦੇ ਆਪ ਨੇ, ਵਿੱਚ ਗੁਰੂ ਸਾਹਿਬ ਨੂੰ ਬਦਨਾਮ ਕਰਦੇ। ਸਵਾਦ ਤਾਂ ਆਪਣੀ ਰਸਨਾ ਦਾ ਹੈ ਨਾ। ਇੱਥੇ ਕਬੀਰ ਸਾਹਿਬ ਕਹਿੰਦੇ ਨੇ ਰੋਜ਼ਾ ਧਰੈ ਮਨਾਵੇ ਅੱਲਾ, ਸਵਾਦਤ ਜੀ ਸੰਗਾਰੈ। ਆਪਣੀ ਜੀਵ ਦੇ ਸਵਾਦ ਵਾਸਤੇ ਤੂੰ ਇਹਨਾਂ ਜੀਵਾਂ ਨੂੰ ਮਾਰਦਾ ਹੈ। ਜੀ ਸੰਗਾਰਾ, ਜੀਆਂ ਦਾ ਸੰਘਾਰ ਕਰਦਾ, ਮਾਰਦਾ ਹੈ। ਆਪਾ ਦੇਖ ਅਬਰ ਨਹੀਂ ਦੇਖੈ। ਕਹਿੰਦੇ ਤੂੰ ਆਪਣੇ ਹੀ ਸਵਾਰਥ ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ, ਹੋਰਨਾਂ ਨੂੰ ਦੇਖਦਾ ਹੀ, ਆਪਣਾ ਸਵਾਰਥ ਤੈਨੂੰ ਅੱਗੇ ਹੈ।
ਬੰਦਾ ਐਡਾ ਸਵਾਰਥੀ ਹੈ, ਸਵਾਰਥ ਵਿੱਚ ਇਹ ਰੱਬ ਨੂੰ ਵੀ ਧੋਖਾ ਦੇ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਵੇਂ ਨਹੀਂ ਕਿਹਾ, ਮਹਾਰਾਜ ਕਹਿੰਦੇ ਆਪਣੇ ਲੋਭ ਕੋ ਕੀਨੋ ਮੀਤ, ਤੇਰੇ ਨਾਲ ਕੋਈ ਸੰਬੰਧ ਨਹੀਂ ਹੈ, ਆਪਣੇ ਲੋਭ ਵਾਸਤੇ ਤੈਨੂੰ ਮਿੱਤਰ ਬਣਾ ਲਿਆ। ਇਹ ਬੰਦੇ ਦੀ ਚਲਾਕੀ ਹੈ। ਬੰਦਾ ਬੜਾ ਚੁਸਤ ਹੈ, ਆਪਣੇ ਲੋਭ ਵਾਸਤੇ ਗੁਰੂ ਨੂੰ ਵੀ ਮਿੱਤਰ ਬਣਾ ਲੈਂਦਾ ਹੈ, ਆਪਣੇ ਲੋਭ ਵਾਸਤੇ ਮਾਤਾ ਪਿਤਾ ਨੂੰ ਵੀ ਮਿੱਤਰ ਬਣਾ ਲੈਂਦਾ ਹੈ, ਆਪਣੇ ਲੋਭ ਵਾਸਤੇ ਰੱਬ ਨੂੰ ਵੀ ਮਿੱਤਰ ਬਣਾ ਲੈਂਦਾ ਹੈ। ਅਤੇ ਜਦੋਂ ਲੋਭ ਪੂਰਾ ਹੋ ਜਾਏ, ਤੂੰ ਕਿੱਥੇ ਅਤੇ ਮੈਂ ਕਿੱਥੇ, ਫਿਰ ਗੁਰਦੁਆਰੇ ਨਹੀਂ ਆਉਂਦਾ। ਇਹ ਲੋਭੀ ਬੰਦੇ ਦੀ ਪਹਿਚਾਣ ਹੈ। ਕਬੀਰ ਸਾਹਿਬ ਕਹਿੰਦੇ ਨੇ, ਦੇਖ ਤਾਂ ਸਹੀ, ਆਪਣੇ ਸਵਾਰਥ ਨੂੰ ਅੱਗੇ ਰੱਖਦਾ। ਆਪਾ ਦੇਖ ਅਵਰ ਨਹੀਂ ਦੇਖਿਆ, ਪਰ ਹੋਰਨਾਂ ਨੂੰ ਤੂੰ ਦੇਖਦਾ ਹੀ ਨਹੀਂ, ਪਾਓ ਹੋਰਨਾਂ ਦੀ ਪਰਵਾਹ ਹੀ ਨਹੀਂ ਕਰਦਾ। ਕਾਹੇ ਕੋ ਝਕ ਮਾਰੈ, ਇਹ ਸਭ ਉੱਦਮ ਵਿਅਰਥ, ਝੱਕਾ ਮਾਰਨ ਵਾਲੀ ਗੱਲ ਹੈ। ਇਹ ਵਿਅਰਥ ਦੀਆਂ ਗੱਲਾਂ ਨੇ, ਰੱਬ ਇਹਨਾਂ ਗੱਲਾਂ ਤੋਂ ਖੁਸ਼ ਨਹੀਂ ਹੁੰਦਾ। ਭੁਲੇਖੇ ਸਾਨੂੰ ਵੀ ਬੜੇ ਨੇ ਇੱਦਾਂ ਦੇ। ਕਈਆਂ ਦੇ ਘਰ ਜਾਓ ਨਾ, ਅਖੰਡ ਪਾਠ ਖੁੱਲ੍ਹਦਾ ਹੈ ਅਤੇ ਉਹ ਧੁੱਪਾਂ ਦੇ ਮੈਂ ਉਹਨੂੰ ਕਈ ਵਾਰੀ ਬੇਨਤੀ ਕਰਦਾ ਵੀ ਪਾਠ ਨਹੀਂ ਹੁੰਦਾ, ਚੜ੍ਹ ਜਾਂਦੀ ਹੈ। ਪਰ ਅਸੀਂ ਵੀ ਸੋਚਦੇ ਵੀ ਸ਼ਾਇਦ ਧੂਪ ਨਾ ਜਗੀ ਤਾਂ ਸ਼ਾਇਦ ਗੁਰੂ ਸਾਹਿਬ ਖੁਸ਼ ਨਹੀਂ ਹੋਣਗੇ, ਜੇ ਦੀਵੇ ਨਹੀਂ ਜਗੇ ਤਾਂ ਗੁਰੂ ਸਾਹਿਬ ਖੁਸ਼ ਨਹੀਂ ਹੋਣਗੇ। ਅਸੀਂ ਤਾਂ ਉਹਨਾਂ 'ਚ ਹੀ ਲੱਗੇ ਰਹਿ ਜਾਂਦੇ 3 ਦਿਨ, ਜੋਤਾਂ ਜਗਾਉਣ 'ਚ, ਦੀਵੇ ਜਗਾਉਣ 'ਚ, ਹੋਰ ਅਡੰਬਰ ਵਿੱਚ ਹੀ ਰਹਿ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਪਾਠੀ ਸਿੰਘ ਤੀਜੇ ਦਿਨ ਭੋਗ ਪਾ ਦਿੰਦੇ ਨੇ। ਪੁੱਛੋ ਕੀ ਸਮਝ ਆਈ? ਕੁਛ ਵੀ ਨਹੀਂ, ਜ਼ੀਰੋ। ਫਿਰ ਧੁੱਪ ਵੀ ਲਗਾਉਣੀ ਹੈ, ਭਾਵੇਂ ਪਾਠੀ ਸਿੰਘ ਦਾ ਗਲਾ ਦੁੱਖ ਜਾਏ। ਮੈਂ ਪਰਵਾਨਾ ਜੀ ਨੂੰ ਪੁੱਛਿਆ, ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਨੂੰ, ਬੜੇ ਵਿਦਵਾਨ ਸੱਜਣ ਨੇ, ਮੇਰਾ ਬੜਾ ਪਿਆਰ ਹੈ ਉਹਨਾਂ ਨਾਲ। ਉਹ ਆਪਣੇ ਬੱਚਿਆਂ ਵਾਂਗ ਮੈਨੂੰ ਪਿਆਰ ਕਰਦੇ। ਕਈ ਥਾਂ 'ਤੇ ਅਸੀਂ ਇਕੱਠੇ ਵਿਚਾਰਾ ਕਰਨ ਦਾ ਮੌਕਾ ਮਿਲਿਆ। ਚੰਡੀਗੜ੍ਹ ਸੀ ਪਹਿਲਾਂ ਦਾਸ, ਅਤੇ ਉੱਥੇ ਬਹੁਤੀ ਵਾਰੀ ਉਹ ਆਉਂਦੇ ਸੀ। ਅਤੇ ਮੈਂ ਇੱਕ